ਮੇਰਾ ਨਾਂ ਪਿੰਕੀ ਹੈ। ਇੱਕ ਦਿਨ ਮੇਰੀ ਮਾਂ ਦੀ ਸਹੇਲੀ ਮਾਂ ਨੂੰ ਮਿਲਣ ਆਈ ਸੀ। ਮਾਂ ਨੇ ਵੱਡੀ ਭੈਣ ਨੂੰ ਇਸ਼ਾਰਾ ਕੀਤਾ ਤਾਂ ਮੇਰੀ ਭੈਣ ਰੱਜੋ ਚਾਹ ਬਣਾਉਣ ਲੱਗ ਗਈ ਤੇ ਉਸਨੇ ਟਰੇ ਵਿੱਚ ਚਾਹ, ਬਿਸਕੁਟ ਤੇ ਨਮਕੀਨ ਰੱਖ ਲਈ ਤੇ ਜਦੋਂ ਮੇਰੀ ਭੈਣ ਚਾਹ ਵਾਲੀ ਟਰੇ ਲੈ ਕੇ ਜਾ ਰਹੀ ਸੀ ਤਾਂ ਉਸ ਦਾ ਪੈਰ ਅਟਕ ਗਿਆ ਤੇ ਮੇਰੀ ਭੈਣ ਤੇ ਚਾਹ ਵਾਲੀ ਟਰੇ ਦੋਨੋਂ ਗਿਰ ਗਏ। ਆਵਾਜ਼ ਸੁਣ ਕੇ ਮੇਰੀ ਮਾਂ ਕਮਰੇ ਵਿੱਚੋਂ ਬਾਹਰ ਆਈ ਅਤੇ ਮੇਰੀ ਭੈਣ ਨੂੰ ਦੇਖ ਕੇ ਉਹਨਾਂ ਦੇ ਚਿਹਰੇ 'ਤੇ ਗੁੱਸਾ ਆ ਗਿਆ ਤੇ ਉਹਨਾਂ ਨੇ ਮੇਰੀ ਦੂਸਰੀ ਭੈਣ ਨੂੰ ਇਸ਼ਾਰਾ ਕੀਤਾ ਤੇ ਉਹ ਮੇਰੀ ਵੱਡੀ ਭੈਣ ਨੂੰ ਬਾਹੋਂ ਫੜ ਕੇ ਲੈ ਗਈ ਤੇ ਕਮਰੇ ਵਿੱਚ ਬੰਦ ਕਰ ਦਿੱਤਾ ਤੇ ਬਾਹਰੋਂ ਕੁੰਡੀ ਲਾ ਦਿੱਤੀ। ਫਿਰ ਮੇਰੀ ਦੂਜੀ ਭੈਣ ਜਲਦੀ ਗਿਰੀ ਹੋਈ ਚਾਹ ਸਾਫ਼ ਕਰਨ ਲੱਗੀ, ਪਰ ਇੰਨੇ ਨੂੰ ਮੇਰੀ ਮਾਂ ਦੀ ਸਹੇਲੀ ਜਾਣ ਲੱਗੀ ਤੇ ਕਹਿਣ ਲੱਗੀ, ਸੁਨੀਤਾ ਕੋਈ ਗੱਲ ਨਹੀਂ, ਬੱਚਿਆਂ ਨੂੰ ਕੁਝ ਨਾ ਕਹੀਂ, ਮੈਂ ਤਾਂ ਵੈਸੇ ਵੀ ਜਾਣ ਲੱਗੀ ਸੀ। ਪਰ ਮੇਰੀ ਮਾਂ ਦੇ ਚਿਹਰੇ 'ਤੇ ਕੋਈ ਨਰਮੀ ਨਹੀਂ ਸੀ। ਉਹਨਾਂ ਦੇ ਮੂੰਹ 'ਤੇ ਗੁੱਸਾ ਦਿਖ ਰਿਹਾ ਸੀ ਤੇ ਬੋਲੀ ਕਿ ਨਹੀਂ ਰੇਖਾ, ਇਹਨਾਂ ਕੁੜੀਆਂ ਨੂੰ ਸਮਝਣਾ ਚਾਹੀਦਾ ਹੈ ਕਿ ਇਹਨਾਂ ਦੀਆਂ ਨਦਾਨੀਆਂ ਕੀ ਦੱਸਦੀਆਂ ਨੇ, ਕਿ ਇਹਨਾਂ ਦੀ ਪਰਵਰਿਸ਼ ਸੁਨੀਤਾ ਨੇ ਨਹੀਂ, ਮੈਂ ਛੋਟੇ ਹੁੰਦੇ ਤੋਂ ਇਹਨਾਂ ਦੀਆਂ ਗਲਤੀਆਂ ਮਾਫ਼ ਕਰਦੀ ਆਈ ਹਾਂ, ਪਰ ਹੁਣ ਨਹੀਂ। ਮਾਂ ਦੇ ਬੋਲ ਵਿੱਚ ਕੋਈ ਤਰਸ ਨਹੀਂ ਸੀ। ਮਾਂ ਦੀ ਸਹੇਲੀ ਨੇ ਇੱਕ ਠੰਡਾ ਜਿਹਾ ਹੌਂਕਾ ਲਿੱਤਾ ਤੇ ਚਲੀ ਗਈ, ਕਿਉਂਕਿ ਸਭ ਨੂੰ ਪਤਾ ਸੀ ਕਿ ਮਾਂ ਨੇ ਜੋ ਇੱਕ ਵਾਰੀ ਕਹਿ ਦਿੱਤਾ ਉਸ ਨੂੰ ਉਸ ਤੋਂ ਕੋਈ ਰੋਕ ਨਹੀਂ ਸੀ ਸਕਦਾ। ਰਾਤ ਨੂੰ ਜੋ ਹੋਇਆ ਉਸ ਨੇ ਸਾਡਾ ਸਾਰੀਆਂ ਭੈਣਾਂ ਦਾ ਦਿਲ ਦਹਿਲਾ ਦਿੱਤਾ। ਮੇਰੀ ਮਾਂ ਨੇ ਪਹਿਲਾਂ ਮੇਰੀ ਭੈਣ ਨੂੰ ਬਾਹਰ ਕੱਢ ਦਿੱਤਾ ਤੇ ਫਿਰ ਉਸ ਨੂੰ ਬਹੁਤ ਝਿੜਕਾਂ ਦੇ ਕੇ ਕਮਰੇ ਵਿੱਚ ਬੰਦ ਕਰ ਦਿੱਤਾ। ਮੇਰੀ ਭੈਣ ਦੀ ਉਮਰ 20 ਸਾਲ ਦੀ ਸੀ। ਅਸੀਂ ਪਹਿਲੀ ਵਾਰ ਆਪਣੀ ਮਾਂ ਦਾ ਇਹੋ ਜਿਹਾ ਵਰਤਾਵ ਦੇਖਿਆ ਸੀ। ਅਸੀਂ ਸਾਰੇ ਰੋਣ ਲਈ ਮਜਬੂਰ ਸੀ। ਮੇਰੀ ਮਾਂ ਨੇ ਮੇਰੀ ਭੈਣ ਨੂੰ ਕਮਰੇ ਵਿੱਚ ਬੰਦ ਕਰਕੇ ਸਾਨੂੰ ਸਭ ਨੂੰ ਕੋਠੇ 'ਤੇ ਭੇਜ ਦਿੱਤਾ ਤੇ ਕਿਹਾ ਕਿ ਜੇਕਰ ਤੁਹਾਡੇ ਵਿੱਚੋਂ ਕੋਈ ਥੱਲੇ ਉਤਰਿਆ ਜਾਂ ਫਿਰ ਆਪਣੀ ਭੈਣ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਉਸ ਨਾਲ ਵੀ ਇਹੋ ਹੋਵੇਗਾ। ਅਸੀਂ ਸਾਰੇ ਸਾਰੀ ਰਾਤ ਜਾਗਦੇ ਰਹੇ। ਸਾਡੀ ਮਾਂ ਨੇ ਸਾਨੂੰ ਸਭ ਕੰਮ ਕਰਨਾ ਸਿਖਾਇਆ ਸੀ। ਪਹਿਲਾਂ ਜੇ ਗਲਤੀ ਹੋ ਜਾਂਦੀ ਤਾਂ ਮੇਰੀ ਮਾਂ ਸਾਨੂੰ ਸਮਝਾ ਕੇ ਛੱਡ ਦਿੰਦੀ, ਪਰ ਹੁਣ ਮਾਂ ਇੱਦਾਂ ਨਹੀਂ ਕਰਦੀ ਸੀ। ਪਰ ਪੂਰੀ ਰਾਤ ਕਮਰੇ ਵਿੱਚ ਬੰਦ ਕਰਨਾ ਬਹੁਤ ਹੀ ਖਤਰਨਾਕ ਸੀ। ਅਸੀਂ 4 ਭੈਣਾਂ ਸੀ। ਸਾਡੇ ਵਿੱਚੋਂ 2 ਜੁੜਵਾ ਸੀ ਤੇ ਇੱਕ ਸਭ ਤੋਂ ਵੱਡੀ ਭੈਣ ਸੀ। ਮੈਂ ਸਭ ਤੋਂ ਛੋਟੀ ਸੀ। ਪਤਾ ਨਹੀਂ ਰੋਂਦੇ ਹੋਏ ਕਦੋਂ ਅੱਖ ਲੱਗ ਗਈ। ਸਵੇਰ ਨੂੰ ਮੇਰੀ ਅੱਖ ਜਲਦੀ ਖੁੱਲ੍ਹ ਗਈ, ਪਰ ਮੇਰੀਆਂ ਭੈਣਾਂ ਹਾਲੇ ਸੋ ਰਹੀਆਂ ਸਨ। ਮੈਨੂੰ ਪਤਾ ਸੀ ਕਿ ਜੇਕਰ ਮੇਰੀ ਮਾਂ ਆ ਗਈ ਤਾਂ ਸਭ ਨੂੰ ਝਿੜਕਾਂ ਪੈਣਗੀਆਂ, ਇਸ ਲਈ ਮੈਂ ਸਭ ਨੂੰ ਜਗਾ ਦਿੱਤਾ ਤੇ ਕਿਹਾ ਕਿ ਮਾਂ ਆ ਗਈ ਹੈ। ਮੇਰੀਆਂ ਭੈਣਾਂ ਜਲਦੀ ਉੱਠ ਕੇ ਆਪਣੇ ਕੰਮ ਵਿੱਚ ਲੱਗ ਗਈਆਂ। ਕੋਈ ਸਫਾਈ ਕਰਨ ਲੱਗ ਪਈ ਤੇ ਕੋਈ ਨਾਸ਼ਤਾ ਬਣਾਉਣ ਲੱਗ ਪਈ। ਮੈਂ ਸਭ ਤੋਂ ਛੋਟੀ ਸੀ। ਮੈਨੂੰ ਹਾਲੇ ਕੋਈ ਕੰਮ ਨਹੀਂ ਸੀ ਦਿੱਤਾ, ਪਰ ਜੇਕਰ ਕਿਸੇ ਨੂੰ ਕੁਝ ਚਾਹੀਦਾ ਤਾਂ ਮੈਂ ਫੜਾ ਦਿੰਦੀ ਸੀ। ਮੇਰੀ ਮਾਂ ਸਵੇਰੇ 11 ਵਜੇ ਮੇਰੀ ਭੈਣ ਦੇ ਕਮਰੇ ਵਿੱਚ ਗਈ ਅਤੇ ਉਸ ਦਾ ਦਰਵਾਜ਼ਾ ਖੋਲ੍ਹਿਆ। ਮੇਰੀ ਭੈਣ ਬਹੁਤ ਮੁਸ਼ਕਲ ਨਾਲ ਚੱਲ ਰਹੀ ਸੀ ਤੇ ਮੇਰੀ ਮਾਂ ਦੇ ਹੱਥਾਂ ਵਿੱਚ 2000 ਦੇ ਨੋਟ ਸੀ। ਮੇਰੀ ਮਾਂ ਨੇ ਮੇਰੀ ਭੈਣ ਨੂੰ ਗੋਲੀ ਦਿੱਤੀ ਤੇ ਉਸ ਨੂੰ ਇਸ਼ਾਰਾ ਕੀਤਾ ਕਿ ਪਾਣੀ ਨਾਲ ਲੈ ਲਵੇ। ਉਸ ਨੇ ਗੋਲੀ ਖਾ ਲਿੱਤੀ ਤੇ ਮਾਂ ਉਸ ਨੂੰ ਸਹਾਰਾ ਦੇ ਕੇ ਕਮਰੇ ਵਿੱਚ ਛੱਡ ਆਈ ਤੇ ਕਿਹਾ ਕਿ ਤੁਹਾਡੀ ਭੈਣ ਸੌਂ ਰਹੀ ਹੈ, ਰੌਲਾ ਨਾ ਪਾਇਓ। ਕਮਰੇ ਵਿੱਚ ਬੰਦ ਕਰਨ ਵਾਲੀ ਗੱਲ ਤਾਂ ਠੀਕ ਸੀ, ਪਰ ਹੁਣ ਜੋ ਮਾਂ ਨੇ ਕੀਤਾ ਉਹ ਸਾਨੂੰ ਸਮਝ ਨਹੀਂ ਆਇਆ। ਫਿਰ ਮਾਂ ਕਮਰੇ ਵਿੱਚੋਂ ਬਾਹਰ ਆ ਕੇ ਸਭ ਦੇ ਕੰਮ ਨੂੰ ਗੌਰ ਨਾਲ ਦੇਖਣ ਲੱਗੀ, ਪਰ ਮੈਨੂੰ ਇਹ ਸਮਝ ਨਹੀਂ ਆ ਰਿਹਾ ਸੀ ਕਿ ਮੇਰੀ ਭੈਣ ਜਦੋਂ ਕਮਰੇ ਵਿੱਚੋਂ ਬਾਹਰ ਆਈ ਤਾਂ ਉਹ ਬੁਰੀ ਤਰ੍ਹਾਂ ਤੁਰ ਰਹੀ ਸੀ। ਉਸ ਨੂੰ ਕਿਸੇ ਨੇ ਮਾਰਿਆ ਸੀ ਜਾਂ ਫਿਰ ਉਸ ਕਮਰੇ ਵਿੱਚ ਕੋਈ ਸੀ। ਕੁਝ ਸਮਝ ਨਹੀਂ ਆ ਰਿਹਾ ਸੀ। ਸਾਨੂੰ ਸਾਰੀਆਂ ਭੈਣਾਂ ਨੂੰ 1 ਘੰਟਾ ਦੁਪਹਿਰ ਨੂੰ ਸੌਣ ਲਈ ਮਿਲਦਾ ਸੀ, ਪਰ ਅੱਜ ਮੈਨੂੰ ਨੀਂਦ ਨਹੀਂ ਆ ਰਹੀ ਸੀ। ਪਰ ਬਾਰ-ਬਾਰ ਮੇਰੀਆਂ ਅੱਖਾਂ ਦੇ ਅੱਗੇ ਮੇਰੀ ਭੈਣ ਦਾ ਮਾਸੂਮ ਚਿਹਰਾ ਆ ਰਿਹਾ ਸੀ। ਹੁਣ ਮੈਨੂੰ ਇਹ ਸਵਾਲ ਤੰਗ ਕਰ ਰਿਹਾ ਸੀ ਕਿ ਜੇਕਰ ਮੇਰੀ ਭੈਣ ਦਾ ਕਸੂਰ ਸੀ ਤਾਂ ਮਾਂ ਨੇ ਉਸ ਨੂੰ ਇੰਨੇ ਪਿਆਰ ਨਾਲ ਆਪਣੇ ਕਮਰੇ ਵਿੱਚ ਕਿਉਂ ਸੁਲਾਇਆ। ਮੇਰਾ ਪਿਓ ਸਾਰਾ ਦਿਨ ਬਾਹਰ ਜੂਏ ਵਿੱਚ ਲੱਗਾ ਰਹਿੰਦਾ ਸੀ। ਮੇਰੀ ਮਾਂ ਸਾਰਾ ਦਿਨ ਬੁੜਬੁੜ ਕਰਦੀ ਰਹਿੰਦੀ ਸੀ
ਕਿ ਇਹ ਕੰਮ ਨਾ ਕਰ, ਘਰ ਦੇ ਬਾਹਰ ਬਹਿ ਕੇ ਨਾ ਕਰਿਆ ਕਰ। ਧੀਆਂ ਵਾਲਾ ਘਰ ਹੈ। ਪਰ ਮੇਰਾ ਪਿਓ ਨਹੀਂ ਮੰਨਦਾ ਸੀ। ਦਿਨ ਵਿੱਚ ਜੂਆ ਖੇਡਦੇ ਰਹਿੰਦਾ ਤੇ ਰਾਤ ਨੂੰ ਨਸ਼ਾ ਕਰਕੇ ਘਰ ਦੇ ਅੰਦਰ ਆ ਜਾਂਦਾ। ਮੇਰੇ ਪਿਓ ਦੀ ਇੰਨੀ ਮਾੜੀ ਹਾਲਤ ਹੁੰਦੀ ਕਿ ਮੇਰੀ ਮਾਂ ਉਸ ਨੂੰ ਬਹੁਤ ਮੁਸ਼ਕਲ ਨਾਲ ਅੰਦਰ ਲੈ ਕੇ ਆਉਂਦੀ ਤੇ ਫਿਰ ਉਹ ਬਾਹਰ ਚਲਾ ਜਾਂਦਾ ਤੇ ਮੇਰੀ ਮਾਂ ਉਸ ਨੂੰ ਬਹੁਤ ਹੀ ਔਖਾ ਲੈ ਕੇ ਆਉਂਦੀ ਤੇ ਉਹ ਮੇਰੀ ਮਾਂ ਨੂੰ ਗਾਲਾਂ ਕੱਢੀ ਜਾਂਦਾ ਤੇ ਮਾਰ-ਕੁੱਟ ਕਰਦਾ ਸੀ। ਮੇਰੀ ਮਾਂ ਦੀ ਹਾਲਤ ਤਰਸਯੋਗ ਹੋ ਜਾਂਦੀ ਸੀ। ਸਾਡੀ ਮਾਂ ਸਾਨੂੰ ਸਭ ਨੂੰ ਕਮਰੇ ਵਿੱਚ ਬੰਦ ਕਰ ਦਿੰਦੀ ਸੀ। ਮੇਰਾ ਪਿਓ ਮੇਰੀ ਮਾਂ ਨੂੰ ਹਮੇਸ਼ਾ ਵੇਚਣ ਦੀ ਗੱਲ ਕਰਦਾ ਸੀ। ਪਰ ਮੇਰੀ ਮਾਂ ਮੇਰੇ ਪਿਓ ਤੋਂ ਡਰਦੀ ਨਹੀਂ ਸੀ। ਉਸ ਦਾ ਪੂਰਾ ਮੁਕਾਬਲਾ ਕਰਦੀ ਸੀ। ਮੇਰਾ ਪਿਓ ਕਈ ਵਾਰੀ ਕਹਿ ਦਿੰਦਾ ਕਿ ਤੂੰ ਔਰਤ ਹੈ ਜਾਂ ਮਰਦ, ਪਰ ਮੇਰੀ ਮਾਂ ਇਸ ਗੱਲ ਤੋਂ ਕਦੀ ਨਹੀਂ ਸੀ ਸ਼ਰਮਾਉਂਦੀ। ਉਹ ਕਹਿੰਦੀ, ਇੰਨੀ ਤਾਕਤ ਤਾਂ ਮੇਰੇ ਵਿੱਚ ਨਹੀਂ ਜਿੰਨੀ ਤੇਰੇ ਵਿੱਚ ਹੈ। ਮੇਰੀ ਮਾਂ ਗੁੱਸੇ ਵਿੱਚ ਕਹਿੰਦੀ, ਦੇਖ ਰਾਜ, ਇਹ ਘਰ ਮੈਂ ਬਹੁਤ ਮੁਸ਼ਕਲ ਨਾਲ ਬਣਾਇਆ ਹੈ। ਮੇਰੇ ਕੋਲ ਤੈਨੂੰ ਦੇਣ ਲਈ 1 ਰੁਪਈਆ ਵੀ ਨਹੀਂ ਹੈ। ਤੂੰ ਸ਼ੁਕਰ ਕਰ ਮੈਂ ਤੈਨੂੰ ਇਸ ਘਰ ਵਿੱਚ ਰੱਖੀ ਬੈਠੀ ਹਾਂ। ਜੇ ਤੂੰ ਕੁਝ ਤੋੜ-ਫੋੜ ਕੀਤੀ ਤਾਂ ਮੈਂ ਤੈਨੂੰ ਘਰੋਂ ਬਾਹਰ ਕੱਢ ਦੇਣਾ ਹੈ। ਸਾਡਾ ਘਰ ਕੋਈ ਕੋਠੀ ਨਹੀਂ ਸੀ, ਪਰ ਜੋ ਵੀ ਸੀ ਮਾਂ ਲਈ ਕੋਠੀ ਵਰਗਾ ਹੀ ਸੀ। ਫਿਰ ਮੇਰਾ ਪਿਓ ਮੇਰੀ ਮਾਂ ਦੀਆਂ ਮਿੰਨਤਾਂ ਤਰਲੇ ਕਰਦਾ। ਮੇਰੀ ਮਾਂ ਉਹਨਾਂ ਨੂੰ 1 ਪੈਸਾ ਵੀ ਨਾ ਦਿੰਦੀ। ਪਰ ਸ਼ਾਮ ਨੂੰ ਜਦੋਂ ਮੇਰਾ ਪਿਓ ਮਾਂ ਨੂੰ ਕੁੱਟਦਾ ਤਾਂ ਉਹ ਅਲਮਾਰੀ ਵਾਲੇ ਸਾਰੇ ਪੈਸੇ ਦੇ ਦਿੰਦੀ। ਪਰ ਅਗਲੇ ਹੀ ਦਿਨ ਮੇਰੀ ਮਾਂ ਕੋਲ ਫੇਰ ਬਹੁਤ ਪੈਸੇ ਆ ਜਾਂਦੇ। ਪਰ ਇਹ ਪੈਸੇ ਸਾਡੀ ਮਾਂ ਕੋਲੋਂ ਕਿੱਥੋਂ ਆਉਂਦੇ ਸਨ, ਕਿਉਂਕਿ ਮੇਰਾ ਪਿਓ ਕੋਈ ਕੰਮ ਨਹੀਂ ਸੀ ਕਰਦਾ ਤੇ ਮੇਰੀ ਮਾਂ ਵੀ ਕੋਈ ਨੌਕਰੀ ਨਹੀਂ ਸੀ ਕਰਦੀ। ਫੇਰ ਵੀ ਇਹ ਪੈਸੇ ਕਿੱਥੋਂ ਆਉਂਦੇ ਸਨ? ਪਰ ਅਸੀਂ ਆਪਣੀ ਮਾਂ ਨੂੰ ਪੁੱਛਦੇ ਡਰਦੇ ਸੀ, ਕਿਉਂਕਿ ਅਸੀਂ ਸਾਰੇ ਮਾਂ ਤੋਂ ਡਰਦੇ ਸੀ। ਸਾਡੀ ਮਾਂ ਨੇ ਸਾਨੂੰ ਸਖਤ ਮਨਾ ਕੀਤਾ ਸੀ ਕਿ ਤੁਸੀਂ ਆਪਣੇ ਪਿਓ ਦੇ ਸਾਹਮਣੇ ਬਿਲਕੁਲ ਨਹੀਂ ਜਾਣਾ, ਖਾਸ ਕਰ ਉਦੋਂ ਜਦੋਂ ਉਹ ਨਸ਼ੇ ਵਿੱਚ ਹੋਵੇ। ਮੇਰੀ ਮਾਂ ਸਾਨੂੰ ਛੱਤ ਤੇ ਸਵਾ ਕੇ ਜਿਸ ਕਮਰੇ ਵਿੱਚ ਦੀਦੀ ਨੂੰ ਬੰਦ ਕੀਤਾ ਸੀ, ਉਸ ਕਮਰੇ ਨੂੰ ਤਾਲਾ ਲਾ ਕੇ ਬਾਹਰ ਬਹਿ ਜਾਂਦੀ ਸੀ। ਅਸੀਂ ਆਪਣੀ ਭੈਣ ਨੂੰ ਪੁੱਛਦੇ ਕਿ ਤੂੰ ਉਸ ਦਿਨ ਕਿਉਂ ਲੰਗੜਾ ਕੇ ਤੁਰ ਰਹੀ ਸੀ, ਪਰ ਉਹ ਸਾਨੂੰ ਕੁਝ ਨਹੀਂ ਦੱਸਦੀ ਸੀ ਤੇ ਨੀਵੀਂ ਪਾ ਲੈਂਦੀ ਸੀ। ਪਰ ਅੰਦਰ ਬਹੁਤ ਕੁਝ ਚੱਲ ਰਿਹਾ ਸੀ। ਮੈਂ ਆਪਣੀ ਭੈਣ ਨੂੰ ਲਗਾਤਾਰ 3 ਦਿਨ ਪੁੱਛਦੀ ਰਹੀ। ਇੱਕ ਦਿਨ ਉਸਨੇ ਮੇਰੇ ਮੂੰਹ ਤੇ ਥੱਪੜ ਮਾਰ ਕੇ ਕਿਹਾ ਕਿ ਤੂੰ ਹਾਲੇ ਬਹੁਤ ਛੋਟੀ ਹੈ, ਆਪਣਾ ਕੰਮ ਧਿਆਨ ਨਾਲ ਕਰਿਆ ਕਰ, ਨਹੀਂ ਤਾਂ ਮੇਰੇ ਵਰਗੀ ਸਜ਼ਾ ਤੈਨੂੰ ਵੀ ਮਿਲੇਗੀ ਤੇ ਤੈਨੂੰ ਰੱਬ ਦੀ ਸਹੁੰ ਲੱਗੇ ਜੇ ਤੂੰ ਅੱਗੇ ਤੋਂ ਇਹ ਸਵਾਲ ਮੈਨੂੰ ਪੁੱਛਿਆ। ਮੈਂ ਆਪਣੀ ਭੈਣ ਨਾਲ ਗੁੱਸਾ ਕਰਕੇ ਕਮਰੇ ਵਿੱਚੋਂ ਬਾਹਰ ਚਲੀ ਗਈ ਸੀ ਤੇ ਗੁੱਸੇ ਨਾਲ ਮੈਨੂੰ ਰੋਣਾ ਆ ਰਿਹਾ ਸੀ ਕਿ ਇੰਨਾ ਕੀ ਮੈਂ ਪੁੱਛ ਲਿਆ ਸੀ, ਬਸ ਇਹੋ ਹੀ ਪੁੱਛਿਆ ਸੀ ਕਿ ਤੂੰ ਲੰਗੜਾ ਕੇ ਕਿਉਂ ਤੁਰ ਰਹੀ ਸੀ। ਮੈਂ ਆਪਣੀ ਭੈਣ ਨੂੰ ਨਹੀਂ ਬੁਲਾਇਆ। ਮੈਂ ਰੋਂਦੀ ਹੋਈ ਸੌਂ ਗਈ। ਮੈਨੂੰ ਇਹ ਸੀ ਕਿ ਮੇਰੀ ਭੈਣ ਨੂੰ ਫਰਕ ਪਊਗਾ, ਪਰ ਉਸ ਨੂੰ ਕਿਸੇ ਤੋਂ ਫਰਕ ਨਹੀਂ ਸੀ ਪੈਂਦਾ, ਬਸ ਮਾਂ ਤੋਂ ਹੀ ਪੈਂਦਾ ਸੀ। ਹੁਣ ਮਾਂ ਉਸਦੇ ਹਰ ਕੰਮ ਵਿੱਚ ਨੁਕਸ ਕੱਢਣ ਲੱਗੀ ਤੇ ਉਸ ਨੂੰ ਕਮਰੇ ਵਿੱਚ ਬੰਦ ਕਰ ਦਿੰਦੀ ਤੇ ਸਵੇਰੇ ਮੇਰੀ ਭੈਣ ਲੰਗੜਾ ਕੇ ਤੁਰਦੀ ਸੀ। ਮੈਨੂੰ ਉਸ ਤੇ ਤਰਸ ਆਉਂਦਾ ਸੀ ਤੇ ਆਪਣੀ ਮਾਂ ਤੋਂ ਨਫ਼ਰਤ ਹੋ ਗਈ ਸੀ। ਇੱਕ ਦਿਨ ਮੇਰੀ ਦੂਜੀ ਭੈਣ ਤੋਂ ਸਬਜ਼ੀ ਜਲ ਗਈ ਤੇ ਮਾਂ ਨੇ ਉਸ ਨੂੰ ਵੀ ਅੰਦਰ ਕਮਰੇ ਵਿੱਚ ਬੰਦ ਕਰ ਦਿੱਤਾ ਤੇ ਆਪ ਬਾਹਰ ਕੁਰਸੀ ਤੇ ਬਹਿ ਗਈ। ਸਾਨੂੰ ਹੁਣ ਆਦਤ ਹੋ ਗਈ ਸੀ। ਅਸੀਂ ਉੱਪਰ ਛੱਤ ਤੇ ਸੌਂ ਗਏ। ਮੈਂ ਅੱਧੀ ਰਾਤ ਨੂੰ ਪਾਣੀ ਪੀਣ ਲਈ ਉੱਠੀ। ਮੇਰੀ ਭੈਣ ਰੋ ਰਹੀ ਸੀ। ਮੈਂ ਡਰ ਗਈ ਕਿ ਭੈਣੇ ਦਰਦ ਜ਼ਿਆਦਾ ਹੋ ਰਿਹਾ ਹੈ। ਪਾਪਾ ਵੀ ਨਸ਼ੇ ਵਿੱਚ ਸੋ ਰਹੇ ਸੀ। ਕੌਣ ਭੈਣ ਨੂੰ ਡਾਕਟਰ ਕੋਲ ਲੈ ਕੇ ਜਾਊਗਾ? ਮੈਂ ਕਿਹਾ ਮੈਂ ਮਾਂ ਨੂੰ ਬੁਲਾਵਾਂ, ਤਾਂ ਮੇਰੀ ਭੈਣ ਇੱਕਦਮ ਚੌਂਕ ਗਈ, ਜਦਕਿ ਉਸਨੇ ਮੇਰੀ ਪਹਿਲੀ ਗੱਲ ਦਾ ਜਵਾਬ ਨਹੀਂ ਦਿੱਤਾ ਸੀ। ਉਸਨੇ ਕਿਹਾ ਕਿ ਨਹੀਂ, ਮਾਂ ਨੂੰ ਨਹੀਂ ਬੁਲਾਉਣਾ। ਮੈਨੂੰ ਤਾਂ ਵੈਸੇ ਹੀ ਰੋਣਾ ਆ ਰਿਹਾ ਹੈ। ਮੈਂ ਆਪਣੀ ਭੈਣ ਨੂੰ ਪੁੱਛਿਆ ਕਿ ਮੈਨੂੰ ਦੱਸੋ ਕੀ ਗੱਲ ਹੈ, ਪਰ ਮੇਰੀ ਭੈਣ ਨੇ ਮੈਨੂੰ ਕੁਝ ਨਹੀਂ ਦੱਸਿਆ ਤੇ ਕਿਹਾ ਕਿ ਤੂੰ ਕੋਈ ਗਲਤੀ ਨਾ ਕਰੀਂ। ਉਹਨਾਂ ਮੈਨੂੰ ਕਿਹਾ ਕਿ ਤੈਨੂੰ ਲਈ ਬੁਰਾ ਲੱਗ ਰਿਹਾ ਹੈ ਕਿ ਉਹ ਵਿਚਾਰੀ ਕੀ ਕਰੂਗੀ, ਪਰ ਮੈਨੂੰ ਉਹਨਾਂ ਦੀ ਸਜ਼ਾ ਸਹੀ ਲੱਗ ਰਹੀ ਸੀ। ਮੈਂ ਕਿਹਾ ਭੈਣੇ, ਅੱਜ ਤੈਨੂੰ ਭੈਣ ਨੇ ਸਬਜ਼ੀ ਕਿੰਨੀ ਬੁਰੀ ਤਰ੍ਹਾਂ ਜਲਾ ਦਿੱਤੀ। ਮੇਰੀ ਪਸੰਦ ਦੀ ਸਬਜ਼ੀ ਜਲਾਈ ਹੈ, ਇਸ ਲਈ ਸਜ਼ਾ ਮਿਲੀ ਹੈ। ਮੇਰੀ ਭੈਣ ਨੇ ਮੇਰੇ ਇੱਕ ਮੁੱਕਾ ਪਿੱਠ ਵਿੱਚ ਮਾਰ ਕੇ ਕਿਹਾ ਕਿ ਤੂੰ ਕਿੰਨੀ ਮਤਲਬੀ ਹੈ। ਤੇਰੀ ਭੈਣ ਨੂੰ ਸਜ਼ਾ ਮਿਲੀ ਹੈ ਤੇ ਤੈਨੂੰ ਸਬਜ਼ੀ ਦੀ ਫਿਕਰ ਪਈ ਹੈ। ਰੱਬ ਨੂੰ ਪ੍ਰਾਰਥਨਾ ਕਰ ਕਿ ਤੈਨੂੰ ਕਦੀ ਇਹ ਸਜ਼ਾ ਨਾ ਮਿਲੇ,
ਫਿਰ ਪਤਾ ਲੱਗੂ ਕੀ ਦੁੱਖ ਕੀ ਹੁੰਦਾ ਹੈ। ਮੈਂ ਗੁੱਸੇ ਵਿੱਚ ਆਪਣੇ ਮੰਜੇ ਤੇ ਲੇਟ ਗਈ ਤੇ ਕਿਹਾ ਕਿ ਹੁਣ ਕਰਵਾਉਣਾ ਤੁਸੀਂ ਮੇਰੇ ਤੋਂ ਛੋਟੇ-ਛੋਟੇ ਕੰਮ, ਮੈਂ ਨਹੀਂ ਕਰਨੇ। ਸਵੇਰੇ ਤੰਨੂ ਭੈਣ ਉਸ ਕਮਰੇ ਵਿੱਚੋਂ ਲੰਗੜਾ ਕੇ ਤੁਰਦੀ ਹੋਈ ਬਾਹਰ ਆਈ ਤੇ ਮਾਂ ਨੇ ਉਸ ਨੂੰ ਗੋਲੀ ਖਵਾ ਕੇ ਆਪਣੇ ਕਮਰੇ ਵਿੱਚ ਸੁਲਾ ਦਿੱਤਾ। ਮਾਂ ਨੇ ਕਿਹਾ ਕਿ ਰੌਲਾ ਨਹੀਂ ਪਾਉਣਾ, ਤੰਨੂ ਆਰਾਮ ਕਰ ਰਹੀ ਹੈ। ਮੈਂ ਤਾਂ ਮਾਂ ਦੇ ਡਰ ਤੋਂ ਇੱਕ ਕੋਨੇ ਵਿੱਚ ਬਹਿ ਗਈ ਸੀ। ਸ਼ਾਮ ਨੂੰ ਜਦੋਂ ਅਸੀਂ ਉੱਥੇ ਉੱਠੇ ਤਾਂ ਸਭ ਆਪਣਾ ਕੰਮ ਕਰ ਰਹੇ ਸੀ। ਬਹੁਤ ਹੀ ਚੁੱਪੀ ਸੀ ਘਰ ਵਿੱਚ ਤੇ ਤੰਨੂ ਦੀਦੀ ਨੂੰ ਪੁੱਛ ਲਿਆ ਕਿ ਤੁਹਾਡੀ ਲੱਤ ਵਿੱਚ ਦਰਦ ਹੈ, ਮੈਂ ਦਵਾ ਦੇਵਾਂ? ਪਰ ਦੀਦੀ ਨੇ ਮੈਨੂੰ ਮਨਾ ਕਰ ਦਿੱਤਾ ਤੇ ਮੈਂ ਪੁੱਛਿਆ ਕਿ ਤੁਹਾਡੇ ਨਾਲ ਕੀ ਹੋਇਆ, ਪਰ ਉਹ ਕੁਝ ਨਾ ਬੋਲੀ। ਮੈਂ ਕਿਹਾ ਕਿ ਤੁਸੀਂ ਬੋਲਦੇ ਕਿਉਂ ਨਹੀਂ? ਮੈਂ ਗੁੱਸੇ ਵਿੱਚ ਕਿਹਾ ਕਿ ਰੱਬ ਵੱਡੀ ਭੈਣ ਕਿਉਂ ਬਣਾਉਂਦਾ ਹੈ, ਜਿਸ ਨੂੰ ਕੁਝ ਪੁੱਛੋ ਦੱਸਦੀ ਨਹੀਂ। ਫਿਰ ਮੇਰੀ ਭੈਣ ਨੇ ਕਿਹਾ ਕਿ ਤੂੰ ਹਾਲੇ ਛੋਟੀ ਹੈ, ਤੈਨੂੰ ਇਹਨਾਂ ਗੱਲਾਂ ਬਾਰੇ ਕੁਝ ਨਹੀਂ ਪਤਾ, ਪਰ ਤੂੰ ਪ੍ਰਾਰਥਨਾ ਕਰ ਕਿ ਤੇਰੇ ਤੋਂ ਕੋਈ ਗਲਤੀ ਨਾ ਹੋਵੇ ਤਾਂ ਜੋ ਮਾਂ ਤੈਨੂੰ ਸਜ਼ਾ ਦੇਵੇ। ਮੈਂ ਕਿਹਾ ਕਿ ਸਭ ਪ੍ਰਾਰਥਨਾ ਨੂੰ ਕਿਉਂ ਬੋਲਦੇ ਹਨ, ਮੈਂ ਕੋਈ ਗਲਤੀ ਨਹੀਂ ਕਰਨੀ। ਰਾਤ ਨੂੰ ਵੀ ਮੈਂ ਇਹੋ ਸਭ ਸੋਚਦੀ ਰਹੀ। ਜਦੋਂ ਸਵੇਰੇ ਅਸੀਂ ਉੱਠੇ ਤਾਂ ਘਰ ਵਿੱਚ ਮਜ਼ਦੂਰ ਲੱਗੇ ਸੀ। ਮੈਂ ਮਾਂ ਨੂੰ ਕਿਹਾ ਕਿ ਇਹ ਕਿਉਂ ਲੱਗੇ ਹਨ, ਆਪਾਂ ਤਾਂ ਹਾਲੇ ਹੁਣੀ ਘਰ ਪਾਇਆ ਹੈ। ਮਾਂ ਨੇ ਮੈਨੂੰ ਗੁੱਸੇ ਨਾਲ ਕਿਹਾ ਅਤੇ ਅੰਦਰ ਜਾ। ਮੈਂ ਡਰ ਗਈ ਅਤੇ ਅੰਦਰ ਚਲੀ ਗਈ। ਮੇਰੀ ਮਾਂ ਨੇ ਸਾਨੂੰ ਗੈਰ ਆਦਮੀ ਦੇ ਅੱਗੇ ਆਉਣ ਤੋਂ ਅੱਜ ਅਸੀਂ ਕਮਰੇ ਵਿੱਚ ਹੀ ਰਹੇ। ਮਾਂ ਨੇ ਰੋਟੀ ਵੀ ਹੋਟਲ ਤੋਂ ਮੰਗਵਾ ਕੇ ਅੰਦਰ ਹੀ ਦੇ ਦਿੱਤੀ ਸੀ, ਪਰ ਮੈਂ ਥੱਕ ਗਈ ਅੰਦਰ ਬਹਿ ਕੇ। ਸ਼ਾਮ ਨੂੰ ਜਦੋਂ ਮਜ਼ਦੂਰ ਗਿਆ ਤਾਂ ਮੈਂ ਬਾਹਰ ਆਈ। ਮਾਂ ਨੂੰ ਪੁੱਛਿਆ ਕਿ ਹੁਣ ਤਾਂ ਦੱਸੋ ਕੀ ਬਣਾ ਰਹੇ ਹੋ? ਮੇਰੀ ਮਾਂ ਨੇ ਮੈਨੂੰ ਗੁੱਸੇ ਨਾਲ ਦੇਖਿਆ ਅਤੇ ਮੈਂ ਚੁੱਪ ਹੋ ਗਈ। ਪਰ ਜਿਸ ਕਮਰੇ ਵਿੱਚ ਮਾਂ ਮੇਰੀਆਂ ਭੈਣਾਂ ਨੂੰ ਬੰਦ ਕਰਦੀ ਸੀ, ਉਸ ਵਿੱਚ ਲੋਹੇ ਦੇ ਵੱਡੇ-ਵੱਡੇ ਸਰੀਏ ਲਾਏ ਸਨ ਤੇ ਉਸ ਕਮਰੇ ਨੂੰ ਪਿਛਲੀ ਗਲੀ ਤੱਕ ਲੰਬਾ ਕੀਤਾ ਸੀ। ਮੇਰੀ ਮਾਂ ਨੇ ਮੈਨੂੰ ਕਿਹਾ ਕਿ ਅੱਜ ਤੋਂ ਜੇਕਰ ਦੁਬਾਰਾ ਸਵਾਲ ਪੁੱਛਿਆ ਤਾਂ ਤੇਰੀਆਂ ਲੱਤਾਂ ਤੋੜ ਦੇਣੀਆਂ ਨੇ। ਮੈਂ ਡਰ ਗਈ। ਮੇਰੇ ਸਾਹਮਣੇ ਆਪਣੀਆਂ ਭੈਣਾਂ ਜੋ ਲੰਗੜਾ ਕੇ ਤੁਰਦੀਆਂ ਸੀ, ਉਹ ਯਾਦ ਆ ਗਈਆਂ। ਮੈਂ ਡਰ ਗਈ ਤੇ ਮਾਂ ਨੂੰ ਕਿਹਾ ਕਿ ਮਾਂ, ਮੈਂ ਤਾਂ ਤੁਹਾਡੀ ਪਿਆਰੀ ਧੀ ਹਾਂ, ਸਭ ਤੋਂ ਛੋਟੀ ਹਾਂ। ਮਾਂ ਨੂੰ ਮੱਖਣ ਲਾ ਕੇ ਪੁੱਛਿਆ ਤਾਂ ਉਹਨਾਂ ਕਿਹਾ ਕਿ ਤੁਹਾਡੇ ਸਭ ਲਈ ਜੇਲ੍ਹ ਬਣਾ ਰਹੀ ਹਾਂ, ਜੋ ਵੀ ਗਲਤੀ ਕਰੇਗੀ ਉਹਨੂੰ ਇਸ ਵਿੱਚ ਬੰਦ ਕਰ ਦੇਣਾ ਹੈ। ਮੈਂ ਹੱਸਣ ਲੱਗੀ ਤਾਂ ਮਾਂ ਨੇ ਕਿਹਾ ਕਿ ਰੀਆ, ਜਦੋਂ ਮਾਂ ਕੁਝ ਕਹੇ ਤਾਂ ਹੱਸਣਾ ਨਹੀਂ, ਉਸ ਗੱਲ 'ਤੇ ਅਮਲ ਕਰਨਾ ਹੈ। ਮਾਂ ਨੇ ਗੁੱਸੇ ਵਿੱਚ ਕਿਹਾ ਕਿ ਸਭ ਤੋਂ ਪਹਿਲਾਂ ਤੈਨੂੰ ਹੀ ਬੰਦ ਕਰ ਦੇਣਾ। ਮੇਰੀ ਹਾਸੀ ਉੱਥੇ ਹੀ ਰੁਕ ਗਈ, ਪਰ ਮੈਂ ਮਾਂ ਨੂੰ ਕਿਹਾ ਕਿ ਤੂੰ ਸੱਚ ਬੋਲ ਰਹੀ ਹੈ। ਮਾਂ ਨੇ ਮੈਨੂੰ ਗੁੱਸੇ ਨਾਲ ਦੇਖਿਆ ਅਤੇ ਆਪਣੇ ਕਮਰੇ ਵਿੱਚ ਚਲੀ ਗਈ। ਮੇਰੀ ਭੈਣ ਨੇ ਮੈਨੂੰ ਹੱਥ ਫੜ ਕੇ ਖਿੱਚ ਲਿਆ ਤੇ ਕਮਰੇ ਵਿੱਚ ਲਿਜਾ ਕੇ ਕਿਹਾ, ਤੂੰ ਕਿਉਂ ਨਹੀਂ ਹਟਦੀ ਇਹਨਾਂ ਸਵਾਲਾਂ ਨੂੰ ਪੁੱਛਣ ਤੋਂ? ਤੈਨੂੰ ਕਿੰਨੀ ਵਾਰੀ ਮਨਾ ਕੀਤਾ ਹੈ। ਜਿਸ ਦਿਨ ਮਾਂ ਨੇ ਸਜ਼ਾ ਦਿੱਤੀ ਫਿਰ ਤੈਨੂੰ ਪਤਾ ਲੱਗਣਾ ਤੇ ਤੂੰ ਰੋਣਾ ਹੈ। ਮੈਨੂੰ ਆਪਣੇ ਆਪ 'ਤੇ ਬਹੁਤ ਗੁੱਸਾ ਆਇਆ ਕਿ ਕਿਉਂ ਮੈਂ ਆਪਣੇ ਸ਼ੱਕ ਕਰਕੇ ਇਹ ਸਵਾਲ ਪੁੱਛਦੀ ਹਾਂ। ਮੈਂ ਆਪਣੀ ਭੈਣ ਨੂੰ ਵਾਅਦਾ ਕੀਤਾ ਕਿ ਹੁਣ ਮੈਂ ਇਹ ਸਵਾਲ ਕਦੀ ਨਹੀਂ ਕਰਨਾ, ਮੈਨੂੰ ਮਾਫ਼ ਕਰ ਦਿਓ। ਮੇਰੀ ਭੈਣ ਨੇ ਮੈਨੂੰ 500 ਦਾ ਨੋਟ ਦਿੱਤਾ, ਪਰ ਮੈਂ ਹੈਰਾਨ ਹੋ ਗਈ। ਮਾਂ ਸਾਨੂੰ ਕਿਸੇ ਨੂੰ ਵੀ ਪੈਸੇ ਨਹੀਂ ਦਿੰਦੀ ਸੀ। ਭੈਣ ਨੇ ਕਿਹਾ ਕਿ ਮਾਂ ਜਦੋਂ ਕਮਰੇ ਵਿੱਚ ਮੈਨੂੰ ਬੰਦ ਕਰਦੀ ਹੈ ਤਾਂ ਉਸ ਨੇ ਕਿੰਨੇ ਨੋਟ ਚੁੱਕੇ ਹੁੰਦੇ ਹਨ। ਮੈਂ ਵੀ ਇਹ ਚੁੱਕ ਲਿਆ। ਹੁਣ ਇਹ ਤੇਰਾ ਹੈ, ਪਰ ਹੁਣ ਤੂੰ ਇਹ ਸਵਾਲ ਨਾ ਕਰੀਂ, ਨਹੀਂ ਮੈਂ ਤੇਰੇ ਨਾਲ ਕਦੀ ਨਹੀਂ ਬੋਲਣਾ। ਫਿਰ ਅਸੀਂ ਸਭ ਨੇ ਕਿਹਾ ਕਿ ਅੱਜ ਤੋਂ ਬਾਅਦ ਇਸ ਗੱਲ ਨੂੰ ਨਹੀਂ ਕਰਨਾ। ਅਗਲੀ ਸਵੇਰ ਮਾਂ ਨੇ ਸਾਨੂੰ ਕਮਰੇ ਵਿੱਚ ਬੰਦ ਕਰ ਦਿੱਤਾ, ਕਿਉਂਕਿ ਮੇਰਾ ਪਿਓ ਇੱਕ ਦਿਨ ਬਾਅਦ ਆਪਣੇ ਕਿਸੇ ਦੋਸਤ ਕੋਲੋਂ ਆਇਆ ਸੀ। ਉਹ ਮੇਰੀ ਮਾਂ ਤੋਂ ਪੈਸੇ ਮੰਗ ਰਿਹਾ ਸੀ। ਮੇਰੀ ਮਾਂ ਨੇ ਮਨਾ ਕੀਤਾ ਤਾਂ ਉਹ ਮਾਂ ਨਾਲ ਕੁੱਟਮਾਰ ਕਰਨ ਲੱਗਾ ਤੇ ਅਚਾਨਕ ਉਹਨਾਂ ਦਾ ਪੈਰ ਫਿਸਲ ਗਿਆ ਅਤੇ ਉਹ ਥੱਲੇ ਗਿਰ ਗਏ ਤੇ ਪਾਪਾ ਦੇ ਸਿਰ ਵਿੱਚ ਸੱਟ ਲੱਗੀ। ਮਾਂ ਉਹਨਾਂ ਨੂੰ ਡਾਕਟਰ, ਜੋ ਕਿ ਸਾਡੀ ਗਲੀ ਵਿੱਚ ਸੀ, ਉਸ ਨੂੰ ਬੁਲਾ ਕੇ ਚੈੱਕ ਕਰਵਾਇਆ। ਡਾਕਟਰ ਨੇ ਕਿਹਾ ਕਿ ਇਹਨਾਂ ਦੀ ਮੌਤ ਹੋ ਚੁੱਕੀ ਹੈ। ਮਾਂ ਨੇ ਰੋਂਦੇ ਹੋਏ ਸਾਨੂੰ ਬਾਹਰ ਬੁਲਾਇਆ ਕਿ ਇਸ ਆਦਮੀ ਕਰਕੇ ਤੁਹਾਨੂੰ ਮੈਂ ਬਾਹਰ ਨਹੀਂ ਸੀ ਆਉਣ ਦਿੰਦੀ, ਹੁਣ ਆ ਜਾਓ। ਮਾਂ ਰੋ ਰਹੀ ਸੀ ਜਦੋਂ ਕਿ ਅਸੀਂ ਕਦੀ ਮਾਂ ਨੂੰ ਰੋਂਦੇ ਨਹੀਂ ਦੇਖਿਆ ਸੀ। ਕੁਝ ਦਿਨ ਬਾਅਦ ਮਾਂ ਠੀਕ ਹੋ ਗਈ। ਜੋ ਜੇਲ੍ਹ ਵਾਲਾ ਕਮਰਾ ਸੀ ਉਸ ਦਾ ਕੰਮ ਰਹਿੰਦਾ ਸੀ, ਮਜ਼ਦੂਰ ਆ ਕੇ ਕਰਨ ਲੱਗੇ। ਹੁਣ ਮਾਂ ਖੁਸ਼ ਰਹਿੰਦੀ ਸੀ, ਸਭ ਦੇ ਕੰਮ ਚੈੱਕ ਕਰਦੀ ਸੀ। ਮੇਰੀਆਂ ਭੈਣਾਂ ਮੈਨੂੰ ਕੋਈ ਕੰਮ ਨਹੀਂ ਸੀ ਕਰਨ ਦਿੰਦੀਆਂ।
ਉਹ ਹਮੇਸ਼ਾ ਮੇਰੇ ਹੱਥੋਂ ਕੰਮ ਫੜ ਕੇ ਆਪ ਕਰਨ ਲੱਗ ਜਾਂਦੀਆਂ। ਉਹਨਾਂ ਨੂੰ ਇਹ ਸੀ ਕਿ ਕਿਤੇ ਮੇਰੇ ਤੋਂ ਕੋਈ ਗਲਤੀ ਨਾ ਹੋ ਜਾਵੇ ਤਾਂ ਜੋ ਮਾਂ ਮੈਨੂੰ ਸਜ਼ਾ ਦੇਵੇ। ਪਰ ਹੁਣ ਮੈਂ 18 ਸਾਲਾਂ ਦੀ ਹੋ ਗਈ ਸੀ। ਇੱਕ ਦਿਨ ਮੈਂ ਰੋਟੀ ਖਾਣ ਸਮੇਂ ਕੰਚ ਦਾ ਗਲਾਸ ਜਾਣ ਕੇ ਤੋੜ ਦਿੱਤਾ। ਮੇਰੀ ਮਾਂ ਨੇ ਮੈਨੂੰ ਗੁੱਸੇ ਦੀ ਜਗ੍ਹਾ ਮੁਸਕਰਾ ਕੇ ਦੇਖਿਆ ਤੇ ਕਿਹਾ ਕਿ ਅੱਜ ਤੈਨੂੰ ਸਾਰੀ ਰਾਤ ਜੇਲ੍ਹ ਵਿੱਚ ਰਹਿਣਾ ਹੈ। ਮੇਰੀ ਭੈਣ ਨੇ ਮੇਰੀ ਚੁੰਨੀ ਆਪਣੇ ਸਿਰ ਤੇ ਲੈ ਲਈ ਤੇ ਮੇਰੇ ਨਾਲ ਉਸ ਕਮਰੇ ਵਿੱਚ ਚਲੀ ਗਈ। ਅੰਦਰ ਇੱਕ ਦਰਵਾਜ਼ਾ ਸੀ ਜਿਸ ਨੂੰ ਖੋਲ੍ਹ ਕੇ ਮੇਰੀ ਭੈਣ ਗਈ। ਉੱਥੇ ਇੱਕ ਕੁੜੀ ਸੀ ਜਿਸ ਨੇ ਮੇਰੀ ਭੈਣ ਨੂੰ ਇਸ ਕਦਰ ਤਿਆਰ ਕੀਤਾ ਜਿਵੇਂ ਕੋਈ ਦੁਲਹਨ ਹੋਵੇ, ਤੇ ਅੰਦਰ ਕਾਲੀਨ ਵਿਛਿਆ ਹੋਇਆ ਸੀ ਤੇ ਬਹੁਤ ਸਾਰੇ ਮਰਦ ਬੈਠੇ ਸੀ। ਮੈਂ ਲੁੱਕ ਕੇ ਦੇਖ ਰਹੀ ਸੀ। ਮੇਰੀ ਭੈਣ ਪੂਰੀ ਰਾਤ ਉਹਨਾਂ ਦੇ ਅੱਗੇ ਨੱਚਦੀ ਰਹੀ। ਮੈਨੂੰ ਦੁੱਖ ਹੋ ਰਿਹਾ ਸੀ ਕਿ ਮੇਰੀ ਸਜ਼ਾ ਮੇਰੀ ਭੈਣ ਭੁਗਤ ਰਹੀ ਸੀ। ਸਵੇਰੇ ਹਰ ਮਰਦ ਉੱਥੇ ਪੈਸੇ ਰੱਖ ਕੇ ਜਾਣ ਲੱਗਾ ਤੇ ਮੇਰੀ ਭੈਣ ਦੇ ਨਾਲ ਲੁੱਕ ਕੇ ਮੈਂ ਵੀ ਬਾਹਰ ਆ ਗਈ। ਪਰ ਮੇਰੀ ਭੈਣ ਬਹੁਤ ਥੱਕ ਚੁੱਕੀ ਸੀ, ਪਰ ਮੈਂ ਮਾਂ ਨੂੰ ਉਸਦੇ ਕੀਤੇ ਦੀ ਸਜ਼ਾ ਦਿਵਾਉਣੀ ਸੀ। ਕੁਝ ਦਿਨ ਪਹਿਲਾਂ ਸਾਡੀ ਗਲੀ ਵਿੱਚ ਲੜਾਈ ਹੋਈ ਸੀ। ਉੱਥੇ ਪੁਲਿਸ ਆਈ ਸੀ ਤੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਲੈ ਕੇ ਗਈ। ਮੇਰੇ ਦਿਮਾਗ ਵਿੱਚ ਇੱਕ ਤਰਕੀਬ ਆਈ। ਪਾਪਾ ਦੇ ਜਾਣ ਮਗਰੋਂ ਉਹਨਾਂ ਦਾ ਫੋਨ ਘਰ ਵਿੱਚ ਹੀ ਪਿਆ ਸੀ। ਮੈਂ ਉਸ ਫੋਨ 'ਤੇ ਪੁਲਿਸ ਨੂੰ ਫੋਨ ਕੀਤਾ ਅਤੇ ਕਿਹਾ ਕਿ ਇਸ ਐਡਰੈਸ 'ਤੇ ਰਾਤ ਨੂੰ ਇਹ ਸਭ ਹੁੰਦਾ ਹੈ। ਫਿਰ ਇੱਕ ਰਾਤ ਨੂੰ ਅੱਜ ਫਿਰ ਮੈਂ ਬਣੀ ਸਬਜ਼ੀ ਕੌਲੀ ਵਿੱਚ ਪਾਉਣ ਦੇ ਬਹਾਨੇ ਗੇਰ ਦਿੱਤੀ। ਮਾਂ ਰਸੋਈ ਵਿੱਚ ਆਈ ਤੇ ਗੁੱਸੇ ਵਿੱਚ ਮੈਨੂੰ ਜੇਲ੍ਹ ਵਿੱਚ ਲੈ ਕੇ ਜਾਣ ਲੱਗੀ ਤਾਂ ਇੰਨੇ ਨੂੰ ਪੁਲਿਸ ਆ ਗਈ ਤੇ ਉਹਨਾਂ ਮਾਂ ਨੂੰ ਗ੍ਰਿਫਤਾਰ ਕਰ ਲਿਆ। ਮੇਰੀਆਂ ਭੈਣਾਂ ਮੇਰੇ ਨਾਲ ਨਾਰਾਜ਼ ਸੀ ਕਿ ਮੈਂ ਕਿਉਂ ਕੀਤਾ, ਪਰ ਮੈਂ ਖੁਸ਼ ਸੀ ਕਿਉਂਕਿ ਮੈਂ ਉਹਨਾਂ ਨੂੰ ਬਚਾ ਲਿਆ ਸੀ। ਫਿਰ ਅਗਲੀ ਸਵੇਰ ਪੁਲਿਸ ਆਈ ਤੇ ਬੋਲੀ ਕਿ ਔਰਤ ਤੁਹਾਡੀ ਮਾਂ ਨਹੀਂ ਹੈ, ਉਸਨੇ ਤੁਹਾਨੂੰ ਛੋਟੇ ਹੁੰਦੇ ਚੁੱਕਿਆ ਸੀ ਤੇ ਉਸਨੇ ਆਪਣੇ ਘਰ ਵਾਲੇ ਨੂੰ ਵੀ ਆਪ ਮਾਰ ਦਿੱਤਾ ਹੈ ਕਿਉਂਕਿ ਉਹ ਤੁਹਾਨੂੰ ਵੇਚਣਾ ਚਾਹੁੰਦਾ ਸੀ ਅਤੇ ਉਹ ਔਰਤ ਤੁਹਾਡੀ ਸਾਰੀ ਉਮਰ ਕਮਾਈ ਖਾਣਾ ਚਾਹੁੰਦੀ ਸੀ। ਪਰ ਅਸੀਂ ਜਲਦੀ ਤੁਹਾਨੂੰ ਤੁਹਾਡੇ ਮਾਂ-ਪਿਓ ਨਾਲ ਮਿਲਾ ਦੇਵਾਂਗੇ। ਪਰ ਅਸੀਂ ਸਭ ਭੈਣਾਂ ਨੇ ਕਿਹਾ ਕਿ ਅਸੀਂ ਕਿਤੇ ਨਹੀਂ ਜਾਣਾ, ਅਸੀਂ ਇਕੱਠੇ ਹੀ ਰਹਿਣਾ ਹੈ। ਇਸ ਤਰ੍ਹਾਂ ਉਸ ਔਰਤ ਨੂੰ ਸਜ਼ਾ ਹੋਈ ਜੋ ਉਸਨੇ ਗੁਨਾਹ ਕੀਤਾ ਸੀ। ਹਾਂਜੀ ਦੋਸਤੋ, ਉਮੀਦ ਕਰਦੀ ਹਾਂ ਤੁਹਾਨੂੰ ਇਹ ਕਹਾਣੀ ਚੰਗੀ ਲੱਗੀ ਹੋਣੀ। ਜੇਕਰ ਕਹਾਣੀ ਚੰਗੀ ਲੱਗੇ ਤਾਂ ਪਲੀਜ਼ ਕਹਾਣੀ ਨੂੰ ਲਾਈਕ ਜ਼ਰੂਰ ਕਰਿਓ ਜੀ। ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰਿਓ। ਚੈਨਲ 'ਤੇ ਪਹਿਲੀ ਵਾਰੀ ਵਿਜ਼ਿਟ ਕੀਤਾ ਤਾਂ ਸਬਸਕ੍ਰਾਈਬ ਜ਼ਰੂਰ ਕਰਿਓ ਜੀ। ਪੰਜਾਬੀ ਵਿਰਸਾ ਕਹਾਣੀਆਂ ਨੂੰ ਸਪੋਰਟ ਕਰਿਓ। ਕਹਾਣੀ ਸੁਣਨ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਆਪਾਂ ਫਿਰ ਮਿਲਾਂਗੇ ਇੱਕ ਸੋਹਣੀ ਜਿਹੀ ਕਹਾਣੀ ਲੈ ਕੇ। ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।